ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਵੀਰ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪਿਛਲੇ ਹਫ਼ਤੇ ਅਸੀਂ ਸ਼ਲੋਕ 12 ਤੇ ਵਧੀਕ ਦੀ ਵਿਚਾਰ ਕਰਦੇ ਹੋਇਆਂ ਗੁਰੂ ਅਰਜਨ ਪਾਤਸ਼ਾਹ ਦੇ ਸ਼ਲੋਕਾਂ ਦੀ ਵਿਚਾਰ ਦੀ ਸੰਪੂਰਨਤਾ ਕੀਤੀ ਸੀ। ਕੱਲ੍ਹ ਦੀ ਕਲਾਸ ਵਿੱਚ ਵੀਰ ਤੇਜਿੰਦਰ ਸਿੰਘ ਜੀ ਨੇ ਨੌਵੇਂ ਪਾਤਸ਼ਾਹ ਦੇ ਸ਼ਲੋਕਾਂ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਔਰ ਉਹਨਾਂ ਦੇ ਅੰਦਰ ਆਏ ਜੋ ਉਪਦੇਸ਼ ਹਨ ਗੁਰੂ ਪਾਤਸ਼ਾਹ ਦੇ, ਉਹਨਾਂ ਦੇ ਬਾਰੇ ਵੀ ਕੰਪਰੀਹੈਂਸਿਵ ਇੱਕ ਸਾਂਝ ਆਪ ਜੀ ਦੇ ਨਾਲ ਕੀਤੀ। ਉਹਨਾਂ ਦੀ ਸੰਖੇਪ ਜਾਣਕਾਰੀ ਵੀ ਦਿੱਤੀ ਔਰ ਗੁਰਬਾਣੀ ਵਿੱਚੋਂ ਉਹਨਾਂ ਦੇ ਨਾਲ ਦੇ ਰਲਦੇ ਭਾਵਾਂ ਦੇ ਜਿਹੜੇ ਪ੍ਰਮਾਣ ਸੀ ਉਹ ਵੀ ਆਪ ਜੀ ਨਾਲ ਸਾਂਝੇ ਕੀਤੇ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਲੋਕ ਵੈਸੇ ਸਮਝਣ ਵਿੱਚ ਕਾਫੀ ਆਸਾਨ ਹਨ ਔਰ ਉਹਦੀ ਮੁੱਖ ਵਜ੍ਹਾ ਇਹ ਵੀ ਹੈ ਕਿ ਜਿੰਨਾ ਸਮਾਂ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਨੂੰ ਉਚਾਰਨ ਕਰਨ ਤੋਂ ਲੈ ਕੇ ਅੱਜ ਤੱਕ ਬੀਤ ਚੁੱਕਾ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਨੂੰ ਤਕਰੀਬਨ 200 ਸਾਲ ਘੱਟ ਸਮਾਂ, ਤਕਰੀਬਨ 200 ਸਾਲ, ਪੌਣੇ 200 ਸਾਲ ਉਸ ਤੋਂ ਘੱਟ ਸਮਾਂ ਬੀਤਿਆ ਹੈ। ਤਾਂ ਜਿਹੜੀ ਸਮੇਂ ਦੇ ਨਾਲ ਬੋਲੀ ਦੇ ਵਿੱਚ ਤਬਦੀਲੀ ਆਉਂਦੀ ਹੈ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਦੀ ਸ਼ਬਦਾਵਲੀ ਵਿੱਚ ਉਹ ਕੁਝ ਸਾਡੀ ਅੱਜ ਦੀ ਬੋਲੀ ਨਾਲ ਥੋੜੀ ਨੇੜਤਾ ਹੈ। ਦੂਸਰੀ ਗੱਲ ਇਹ ਵੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ ਪ੍ਰਚਾਰ ਦਾ ਇਲਾਕਾ ਸੀ ਬਹੁਤਾ ਉਹ ਬਿਹਾਰ ਔਰ ਪੂਰਬੀ ਭਾਰਤ ਵਾਲੇ ਪਾਸੇ ਦਾ ਹੈ ਤੇ ਉੱਥੇ ਸਿੰਪਲ ਹਿੰਦੀ ਦੇ ਨਾਲ ਰਲਦੀ ਮਿਲਦੀ ਬੋਲੀ ਦੀ ਵੀ ਗੁਰੂ ਸਾਹਿਬ ਨੇ ਵਰਤੋਂ ਕੀਤੀ ਹੈ, ਜਿਹੜੀ ਕਿ ਅੱਜ ਦੀ ਸਾਡੇ ਆਲੇ ਦੁਆਲੇ ਬੋਲੀ ਜਾਂਦੀ ਹਿੰਦੀ ਬੋਲੀ ਦੇ ਨਾਲ ਕਾਫੀ ਜ਼ਿਆਦਾ ਮੇਲ ਖਾਂਦੀ ਹੈ। ਤੋ ਜੋ ਦਿੱਕਤ ਸਾਨੂੰ ਆਉਂਦੀ ਹੈ ਕਬੀਰ ਜੀ ਦੇ ਸ਼ਬਦਾਂ ਨੂੰ ਸਮਝਣ ਵਿੱਚ ਜਾਂ ਈਵਨ ਗੁਰੂ ਨਾਨਕ ਪਾਤਸ਼ਾਹ ਦੀ ਕਈ ਬਾਣੀਆਂ ਦੇ ਵਿੱਚ ਸ਼ਬਦਾਵਲੀ ਐਸੀ ਹੁੰਦੀ ਹੈ ਜਿਨ੍ਹਾਂ ਦੇ ਅਰਥ ਸਮਝਣੇ ਕਾਫੀ ਔਖੇ ਹੁੰਦੇ ਹਨ। ਉਹ ਦਿੱਕਤ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਬਦਾਂ ਵਿੱਚ ਵੀ ਔਰ ਸ਼ਲੋਕਾਂ ਦੇ ਵਿੱਚ ਵੀ ਉਹ ਨਹੀਂ ਆਉਂਦੀ। ਬਹੁਤੇ ਕਰਕੇ ਸਾਨੂੰ ਪੜ੍ਹਨ ਨਾਲ ਸਹਿਜੇ ਹੀ ਅਰਥ ਸਮਝ ਆ ਵੀ ਜਾਂਦੇ ਹਨ। ਕੋਈ ਲਫ਼ਜ਼ ਹੁੰਦੇ ਹਨ ਜਿਨ੍ਹਾਂ ਦੇ ਅਰਥ ਦਾ ਮੀਨਿੰਗ ਜੋ ਸ਼ਬਦਾਂ ਦਾ ਮੀਨਿੰਗ ਜਿਹੜਾ ਹੈ ਸਾਨੂੰ ਲੱਭਣਾ ਪੈਂਦਾ, ਸਮਝਣਾ ਪੈਂਦਾ ਹੈ, ਪਰ ਬਹੁਤੇ ਕਰਕੇ ਸੁਖੈਨ ਹੀ ਹਨ ਇਹ ਸ਼ਲੋਕਾਂ ਦੇ ਭਾਵ ਸਮਝਣਾ। ਪਰ ਜਿਹੜੀ ਇਹ ਸੁਖਿਆਈ ਵਾਲੀ ਬਾਣੀ ਪੜ੍ਹਦੇ ਵੀ ਹਾਂ ਅਸੀਂ ਕਿ ਉਹ ਕਈ ਵਾਰੀ ਥੋੜੇ ਜਿਹੇ ਅਸੀਂ ਅਵੇਸਲੇ ਵੀ ਹੋ ਜਾਂਦੇ ਹਾਂ ਵੀ ਇਹ ਤਾਂ ਸਾਨੂੰ ਸਮਝ ਆ ਹੀ ਰਹੀ ਹੈ, ਜਾਂ ਜਿਹੜੀ ਬਾਣੀ ਅਸੀਂ ਰੋਜ਼ ਆਪਣੇ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ ਭਾਵੇਂ ਜਿਵੇਂ ਉਹ ਜਪ ਬਾਣੀ ਹੈ ਜਾਂ ਆਨੰਦ ਸਾਹਿਬ ਦੀ ਬਾਣੀ ਹੈ, ਤਾਂ ਉਹਨਾਂ ਦੇ ਅੰਦਰ ਜਿਹੜਾ ਅੰਤਰੀਵ ਭਾਵ ਹੁੰਦਾ ਹੈ ਉਹ ਕਈ ਵਾਰੀ ਅਸੀਂ ਇਗਨੋਰ ਜਾਂ ਕਰ ਜਾਂਦੇ ਹਾਂ, ਇਹ ਲੱਗਦਾ ਵੀ ਸਾਨੂੰ ਸਮਝ ਆ ਗਿਆ ਹੈ, ਪਰ ਉਹ ਸਾਡੇ ਸੋਚ ਦਾ ਹਿੱਸਾ ਨਹੀਂ ਬਣਦਾ, ਸਾਡੇ ਵਿਹਾਰ ਦਾ, ਸਾਡੇ ਕਿਰਦਾਰ ਦਾ ਹਿੱਸਾ ਨਹੀਂ ਬਣਦਾ। ਉਹ ਇਹ ਨਹੀਂ ਹੈ ਕਿ ਵੀ ਅਗਰ ਜੇ ਬਾਣੀ ਦੇ ਅਰਥ ਆਖਰੀ ਅਰਥ ਸਮਝਣੇ ਸੌਖੇ ਹਨ ਤਾਂ ਇਹਨਾਂ ਨੂੰ ਅਪਣਾਉਣਾ ਵੀ ਸੌਖਾ ਹੈ ਜਾਂ ਇਹਨਾਂ ਦੇ ਉੱਤੇ ਅਮਲ ਕਰਨਾ ਵੀ ਸੌਖਾ ਹੈ। ਜੋ ਅਮਲੀ ਜੀਵਨ ਦੇ ਵਿੱਚ ਇਹਨਾਂ ਉਪਦੇਸ਼ਾਂ ਨੂੰ ਲਿਆਉਣਾ ਇਹ ਉਤਨਾ ਹੀ ਜ਼ਿਆਦਾ अहमियत वाला है, उतना ही ज़्यादा समर्पण, इतना ही ज़्यादा दृढ़ता मंगता है, भरोसा मंगता है जिन्ना बाकी की बाणी ਨੂੰ ਸਮਝ ਕੇ ਤੇ ਜੀਵਨ ਵਿੱਚ ਘਟਾਣਾ। ਸੋ ਔਰ ਦੂਜਾ ਇਹ ਹੈ ਕਿ ਇਹ ਕੁੱਲ ਗਿਣਤੀ ਇਹਨਾਂ ਸ਼ਲੋਕਾਂ ਦੀ ਹੈ 57 ਔਰ ਤਕਰੀਬਨ ਸਾਰੇ ਹੀ ਸ਼ਲੋਕ ਜਿਹੜੇ ਨੇ ਉਹ ਦੋ ਦੋ ਪੰਕਤੀਆਂ ਦੇ ਹੀ ਸ਼ਲੋਕ ਹਨ। ਤੋ ਇਸ ਕਰਕੇ ਹੋ ਸਕਦਾ ਹੈ ਕਿ ਇੱਕ ਦਿਨ ਦੇ ਵਿੱਚ ਅਸੀਂ ਕਾਫੀ ਗਿਣਤੀ ਦੇ ਵਿੱਚ ਮੇ ਵੀ 5 ਤੋਂ ਵੀ ਜ਼ਿਆਦਾ ਸ਼ਲੋਕਾਂ ਦੀ ਵਿਚਾਰ ਕਰ ਲਵਾਂਗੇ। ਤੋ ਅੱਜ ਇਸ ਨਾਲ ਸ਼ਲੋਕਾਂ ਦੀ ਲੜੀਵਾਰ ਵਿਚਾਰ ਦੀ ਆਰੰਭਤਾ ਕਰਦੇ ਹਾਂ। ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1426 ਤੋਂ 1429 ਤੱਕ ਸੁਸ਼ੋਭਿਤ ਹਨ ਔਰ ਸਭ ਤੋਂ ਜ਼ਿਆਦਾ ਸਾਨੂੰ ਸੁਣਨ ਨੂੰ ਵੀ ਇਹ ਸ਼ਲੋਕ ਇਸ ਕਰਕੇ ਮਿਲਦੇ ਹਨ ਕਿ ਜਿੱਥੇ ਕਿਧਰੇ ਵੀ ਪਾਠ ਦਾ ਭੋਗ ਪਾਇਆ ਜਾਂਦਾ ਹੈ, ਚਾਹੇ ਉਹ ਅਖੰਡ ਪਾਠ ਹੈ, ਚਾਹੇ ਸਹਿਜ ਪਾਠ ਹੈ, ਤਾਂ ਸਮਾਪਤੀ ਦੇ ਵੇਲੇ ਇਹ ਸ਼ਲੋਕ ਸੁਣਨ ਨੂੰ ਮਿਲਦੇ ਹੀ ਹਨ ਔਰ ਸੰਗਤ ਦੀ ਹਾਜ਼ਰੀ ਵੀ ਮੈਕਸਿਮਮ ਉਸ ਵੇਲੇ ਹੁੰਦੀ ਹੈ। ਤੋ ਇਹਨਾਂ ਸ਼ਲੋਕਾਂ ਦਾ ਪਾਠ ਵਧੇਰੇ ਕਰਕੇ ਅਸੀਂ ਸੁਣਿਆ ਹੁੰਦਾ, ਬਹੁਤੇ ਲੋਕਾਂ ਨੂੰ ਇਹ ਜ਼ਬਾਨੀ ਯਾਦ ਵੀ ਹੁੰਦੇ ਹਨ। ਸੋ ਇਸ ਦੀ ਆਰੰਭਤਾ ਕਰਦੇ ਹਾਂ।
एक ओंकार सतगुर प्रसाद। श्लोक महला नौवां। गुण गोबिंद गायो नहीं, जन्म अकारथ कीन। हो नानक हर भज मना, जे बिद जल को मीन। तो गल आरंभ करते हैं गुरु पातशाह के गुण गोबिंद गायो नहीं, जन्म अकारथ कीन। इस मनुखा जन्म के अंदर अगर जे इंसान ने गोबिंद दे गुण नहीं गाए, गुण नन्ना मुक्ते नाल आया है, बहुवचन है। गोबिंद का दद्दा मुक्ता है वो इस करके क्योंकि ਉਹਦੇ ਨਾਲ संबंधी है गोबिंद दे गुण। तो गोबिंद दे गुण नहीं गाए अगर, तो गुरु पातशाह ਦਾ ਇਹ ਨਿਸ਼ਚਾ ਹੈ ਕਿ ਉਹਨਾਂ ਦਾ ਡਿਸੀਜਨ ਸਾਨੂੰ ਸਮਝ ਲਓ ਕਿ ਵੀ ਇੱਕ ਤਰੀਕੇ ਦੇ ਨਾਲ ਫੈਸਲਾ ਦੇ ਰਹੇ ਹਨ ਕਿ ਮਨੁੱਖਾ ਜਨਮ ਅਕਾਰਥ ਕਰ ਦਿੰਦਾ ਹੈ ਉਹ ਇਨਸਾਨ ਜਿਹੜਾ ਗੋਬਿੰਦ ਦੇ ਗੁਣ ਨਹੀਂ ਗਾਉਂਦਾ। ਐਸੀ ਗੱਲ ਕਿਉਂ ਆਖੀ ਗਈ ਹੈ? ਕਿਸੇ ਵੀ ਪਾਸੋਂ ਦੁਨੀਆਦਾਰੀ ਦੇ ਲੈਵਲ ਦੇ ਉੱਤੇ ਵੀ ਅਸੀਂ ਕਿਸੇ ਬੰਦੇ ਕੋਲੋਂ ਵੀ ਕੋਈ ਚੀਜ਼ ਹਾਸਲ ਕਰਨੀ ਹੋਵੇ, ਕੋਈ ਚੀਜ਼ ਸਿੱਖਣੀ ਹੋਵੇ, ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਨਿਸ਼ਚਾ ਕਰਨਾ ਪੈਂਦਾ ਹੈ ਕਿ ਜਿਹਦੇ ਕੋਲੋਂ ਅਸੀਂ ਸਿੱਖਣ ਜਾ ਰਹੇ ਹਾਂ ਉਹ ਸਿਖਾਉਣ ਦੇ ਲਾਇਕ ਹੈ, ਉਹਨੂੰ ਆਪ ਨੂੰ ਉਹ ਕਲਾ ਉਹ ਗਿਆਨ ਹੈ ਜੋ ਚੀਜ਼ ਅਸੀਂ ਹਾਸਲ ਕਰਨੀ ਚਾਹੁੰਦੇ ਹਾਂ। तो जो चीज़ साढ़े कोल मौजूद नहीं है, जिहड़ा ज्ञान या जिहड़ी कला साढ़े कोल नहीं है, वो असी हासिल करनी चाहते हाँ। जिस पासों हासिल करनी चाहते हाँ उसनों उसकी समझ और ज्ञान है, तो साढ़े नालों ज़्यादा जानकारी रखता है। तो ऑब्वियस जी गल है कि जिहड़ा साढ़े तो ज़्यादा जानकारी रखता है, ज़्यादा समर्था वाला है, ज़्यादा नॉलेज वाला है, तो वो साढ़े तो ज़्यादा गुणी है। ਜਿਹੜਾ ਗੁਣਾਂ ਦਾ ਮਾਲਕ ਹੋਵੇ ਉਹਦੇ ਗੁਣ ਦੀ ਐਪਰੀਸੀਏਸ਼ਨ ਕਰਨੀ, ਉਹਦੇ ਗੁਣ ਨੂੰ ਸਵੀਕਾਰ ਕਰਨਾ ਇਹ ਸਾਡਾ ਫਰਜ਼ ਬਣਦਾ ਹੀ ਹੈ। तो कोई भी सिखियार्थी अपने उस्ताद कोलों कोई चीज़ ਤਾਂ ਹੀ ਸਿੱਖ ਪਾਏਗਾ अगर जे उसके मन ਦੇ ਵਿੱਚ ਇਹ ਪਹਿਲਾ ਭਰੋਸਾ ਹੋਵੇ ਕਿ ਮੇਰਾ ਉਸਤਾਦ ਇਸ ਵਿਸ਼ੇ ਨੂੰ, ਇਸ ਸਬਜੈਕਟ ਨੂੰ ਜਾਣਦਾ ਹੈ ਤੇ ਮੈਨੂੰ ਸਿਖਾ ਸਕਦਾ ਹੈ। और इस चीज़ ਨੂੰ एक्नॉलेज करना, उसके गुण ਨੂੰ तस्लीम करना, उसके गुण ਨੂੰ स्वीकार करना है। ਤੇ ਜੇ ਅਸੀਂ ਕਿਸੇ ਗੁਣੀ ਦੇ ਗੁਣਾਂ ਨੂੰ स्वीकार ਕਰਦੇ ਹਾਂ ਤਾਂ ਇਹ ਇੱਕ ਤਰੀਕੇ ਦੇ ਨਾਲ ਅਸੀਂ ਉਸਦਾ ਗੁਣ ਗਾਇਨ ਕਰ ਰਹੇ ਹਾਂ, ਉਹਦੇ ਗੁਣ ਨੂੰ ਬਿਆਨ ਕਰ ਰਹੇ ਹਾਂ। ਔਰ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੁੰਦੀ, ਕੋਈ ਝੂਠ ਜਾਂ ਕੋਈ ਚਾਪਲੂਸੀ ਵਾਲੀ ਗੱਲ ਨਹੀਂ ਹੁੰਦੀ। ਜੇ ਗੁਣੀ ਬੰਦੇ ਦਾ ਗੁਣ स्वीकार ਕੀਤਾ ਜਾਵੇ तो परमात्मा तो सर्व गुणा का दाता है, सारे ही गुणा नूं देण वाला है और सारे गुणा का मालक है। तो ऐसे हस्ती का जो दुनिया के सारे ज्ञान का स्रोत है, सारे गुणा का दाता है, उसके गुणा नूं अगर असीं तस्लीम नहीं करांगे तो साडे अंदर भी कोई सियाणप, कोई गुण आना मुमकिन नहीं हो सकता। तो असीं अपनी तरक्की चाहते हाँ तो सानू गोबिंद के गुणा नूं स्वीकार करना चाहिदा ही है, ये साडे भले वास्ते है। तो मनुखा जन्म इंसान नूं जिहड़ा मिलिया है उन्होंने ये समर्था प्रभु वालों मिली है कि वो अपने आले दुआले तो, अपने साख संबंधियों तो, दोस्तों मित्रों तो, अपने मिलन गिलन वालियां कोलों कुछ ना कुछ सीख के ग्रहण कर सकता है, अपना सकता है, बशर्ते ਉਹਦੇ अंदर सीखण की इच्छा होवे ਤੇ ਜਿਹਦੇ ਕੋਲੋਂ ਸਿੱਖ ਰਿਹਾ ਹੈ ਉਹਦੇ ਉੱਤੇ ਭਰੋਸਾ ਵੀ ਹੋਵੇ। ਜੇ ਮਨ ਦੇ ਵਿੱਚ ਸ਼ੰਕਾ ਹੀ ਹੋਏਗਾ ਪਤਾ ਨਹੀਂ ਇਹਨੂੰ ਆਂਦਾ ਵੀ ਕੁਝ ਹੈ ਕਿ ਨਹੀਂ ਆਂਦਾ ਤੇ ਉਸ ਬੰਦੇ ਕੋਲੋਂ ਅਸੀਂ ਸਿੱਖ ਨਹੀਂ ਸਕਦੇ। ਆਮ ਤੌਰ ਤੇ ਸਾਰਿਆਂ ਦੇ ਸਟੂਡੈਂਟ ਲਾਈਫ ਦੇ ਵਿੱਚ ਇਹ ਚੀਜ਼ਾਂ ਵਾਪਰਦੀਆਂ ਨੇ ਕਿ ਅਸੀਂ ਆਮ ਤੌਰ ਤੇ ਆਪਣੇ ਕੁਝ ਟੀਚਰਾਂ ਨੂੰ ਪਸੰਦ ਕਰਦੇ ਹਾਂ, ਕੁਝ ਨੂੰ ਨਹੀਂ ਪਸੰਦ ਕਰਦੇ। ਤੇ ਇਹ ਪੱਕੀ ਗੱਲ ਹੁੰਦੀ ਹੈ ਕਿ ਜਿਨ੍ਹਾਂ ਟੀਚਰਾਂ ਨੂੰ ਅਸੀਂ ਪਸੰਦ ਨਹੀਂ ਕਰਦੇ ਜਾਂ ਜਿਨ੍ਹਾਂ ਦੀ ਅਸੀਂ ਆਲੋਚਨਾ ਕਰਦੇ ਰਹਿੰਦੇ ਹਾਂ ਜਾਂ ਕਹਿੰਦੇ ਰਹਿੰਦੇ ਹਾਂ, ਕੁਝ ਨੁਕਸ ਉਹਨਾਂ ਦੇ ਕੱਢਦੇ ਰਹਿੰਦੇ ਹਾਂ, ਉਹਨਾਂ ਪਾਸੋਂ ਸਾਨੂੰ ਗਿਆਨ ਵੀ ਪੂਰਾ ਸੂਰਾ ਹੀ ਪ੍ਰਾਪਤ ਹੁੰਦਾ ਹੈ, ਭਾਵੇਂ ਉਹਨਾਂ ਦੇ ਗਿਆਨ 'ਚ ਕਮੀ ਨਹੀਂ ਵੀ ਹੁੰਦੀ। तो कई बारी जे उस्ताद पासों कोई सिखियार्थी कोई चीज़ हासिल नहीं करता
ਤਾਂ ਇਹਦੇ ਵਿੱਚ ਉਹ ਸਿੱਖਣ ਵਾਲੇ ਦੇ ਵੀ ਕਮੀ ਹੁੰਦੀ ਹੈ ਕਿ ਉਹਨੇ ਉਸਤਾਦ ਦੇ ਉੱਤੇ ਭਰੋਸਾ ਨਹੀਂ ਕੀਤਾ, ਉਹਦੀ ਕੁਆਲਿਟੀ ਨੂੰ ਐਕਨੋਲੇਜ ਨਹੀਂ ਕੀਤਾ। तो जिस किसी पासों भी कोई गुण ग्रहण करना है, ਉਹਦੇ ਗੁਣ ਨੂੰ ਐਕਨੋਲੇਜ ਕਰਨਾ ਸਿੱਖਣ ਵਾਲੇ ਦਾ ਫਰਜ਼ ਬਣਦਾ ਹੈ। ਤਾਂ ਮਨੁੱਖਾ ਜੀਵਨ ਦੇ ਅੰਦਰ ਪ੍ਰਭੂ ਪਾਸੋਂ ਜੇ ਅਸੀਂ ਕੋਈ ਸਮਰੱਥਾ, ਕੋਈ ਕਲਾ, ਕੋਈ ਗਿਆਨ ਹਾਸਲ ਕਰਨਾ ਚਾਹੁੰਦੇ ਹਾਂ, ਕੋਈ ਦਾਤ ਪ੍ਰਾਪਤ ਕਰਨੀ ਚਾਹੁੰਦੇ ਹਾਂ, ਤਾਂ ਸਾਡਾ ਸਭ ਤੋਂ ਪਹਿਲੇ ਫਰਜ਼ ਬਣਦਾ ਹੈ ਕਿ ਉਸ ਪ੍ਰਭੂ ਦੇ ਗੁਣਾਂ ਨੂੰ ਤਸਲੀਮ ਕਰੀਏ, ਉਹਨਾਂ ਨੂੰ ਸਵੀਕਾਰ ਕਰੀਏ ਤੇ ਉਸ ਪ੍ਰਭੂ ਦੀ ਸਿਫਤ ਕਰੀਏ ਕਿ ਹਾਂ ਉਹ ਸਭ ਗੁਣਾਂ ਦਾ ਮਾਲਕ ਹੈ, ਉਹਦੇ ਉੱਤੇ ਪੂਰਨ ਭਰੋਸਾ ਲਿਆਈਏ। ਤਾਂ ਪ੍ਰਭੂ ਦੇ ਉੱਤੇ, ਉਹਦੇ ਗੁਣਾਂ ਦੇ ਉੱਤੇ ਭਰੋਸਾ ਲਿਆਣਾ ਉਹਦੇ ਗੁਣ ਗਾਉਣ ਦੇ ਤੁਲ ਹੈ। ਤਾਂ ਇਸ ਕਰਕੇ ਜੇ ਇਹ ਕੰਮ ਨਹੀਂ ਅਸੀਂ ਕਰਦੇ ਤਾਂ ਪੱਕੀ ਗੱਲ ਹੈ ਕਿ ਅਸੀਂ ਕੁਝ ਹਾਸਲ ਵੀ ਕਰਨ ਲਾਇਕ ਨਹੀਂ ਬਣ ਸਕਦੇ। ਤਾਂ ਜੇ ਅਸੀਂ ਮਨੁੱਖਾ ਜਨਮ ਹਾਸਲ ਕਰਕੇ ਵੀ ਕੋਈ ਸਕਿੱਲ ਨਹੀਂ ਐਕਵਾਇਰ ਕੀਤੀ, ਕੋਈ ਗਿਆਨ ਹਾਸਲ ਨਹੀਂ ਕੀਤਾ, ਤਾਂ ਉਹ ਜਨਮ ਵਿਅਰਥ ਹੀ ਹੈ। ਤਾਂ ਇੱਕ ਓਬਵੀਅਸ ਜਿਹਾ ਫੈਕਟ ਗੁਰੂ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਸਾਡੇ ਨਾਲ ਸਾਂਝਾ ਕੀਤਾ ਹੈ ਕਿ ਜੇ ਮਨੁੱਖਾ ਜਨਮ ਦੇ ਅੰਦਰ ਕੁਝ ਅਸੀਂ ਤਰੱਕੀ ਕਰਨੀ ਹੈ, ਕੋਈ ਜੀਵਨ ਨੂੰ ਉਚੇਰਾ ਬਣਾਉਣਾ ਹੈ, ਕੋਈ ਗਿਆਨ ਹਾਸਲ ਕਰਨਾ ਹੈ, ਕੋਈ ਕਲਾ ਹਾਸਲ ਕਰਨੀ ਹੈ, ਕੋਈ ਸਮਰੱਥਾ ਬਣਾਉਣੀ ਹੈ, ਤਾਂ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਤਾਂ ਪਾਣੀ ਹੀ ਪਵੇਗੀ। ਸੋ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। तो जिन्होंने प्रभु के गुणों के नाल सांझ नहीं पाई, ਉਹਦੇ गुणों ਨੂੰ नहीं गाया, ਉਹਨਾਂ ਦੀ ਸਿਫਤ, ਪ੍ਰਭੂ ਦੀ ਸਿਫਤ नहीं की, ਤਾਂ ਉਹਨਾਂ ਨੇ ਗੁਣਾਂ ਨੂੰ ਹਾਸਲ ਕਰਨ ਦਾ ਕੋਈ ਯਤਨ ਵੀ ਨਹੀਂ ਕੀਤਾ ਤੇ ਮਨੁੱਖਾ ਜਨਮ ਉਹਨਾਂ ਦਾ ਫਿਰ ਅਜਾਈ ਹੀ ਜਾਂਦਾ ਹੈ। तो ਇਸੇ ਲਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਸ ਸ਼ਲੋਕ ਦੇ ਅੰਦਰ ਇਹ ਗੱਲ ਬੜੇ ਫੈਸਲਾਕੁਨ ਤਰੀਕੇ ਦੇ ਨਾਲ ਬਿਆਨ ਕੀਤੀ ਹੈ कि जिन्होंने इंसानों ने गोबिंद के गुण नहीं गाए, उन्होंने अपना मनुखा जन्म अकारथ कर दिता है, व्यर्थ कर दिता है, अजाई गवा लिया है। तो श्लोक की दूसरी पंक्ति के फिर प्रेरणा करदे होया मन नूं संबोधन करके कहते हैं, कहो नानक हर भज मना जह बिद जल को मीन। हे मेरे मन, हे नानक ये आख, हे मेरे मन हरि नूं भज। भज का अर्थ है भजन करना, चेते करना, याद करना, अपनी याद दे विच वसाना हरि नूं, प्रभु नूं। और किस तरीके दे नाल, ये बड़ी इंटरेस्टिंग जी गल है। जे बिद जल को मीन, जे बिद तो भाव है कि जिस तरीके नाल, जिस विधि नाल। जल को मीन, मीन कहते हैं मछली नूं। हुणे आप सारे जानते ही हो कि मछली का तो जीवन ही पानी है। बचपन में नर्सरी राइम भी असीं पढ़ लेंदे हां, मछली जल की रानी है, जीवन उसका पानी है। तो मछली का जीवन है पानी। तो जे तुहाडे सामने तुसीं कई बार देखिया भी होगा कि कोई बंदा अगर पानी विचों मछली नूं बाहर कढ़दा है तो किवें वो तड़फदी है, कि जे उहनूं छेती वापस पानी 'च ना पा दिता जाए तो थोड़े ही समय 'ਚ ਉਹ तड़फ तड़फ के मर जाती है। तो मछली वास्ते जल है जीवन, जिहदे बगैर वो जिंदा नहीं रह सकती। तो गुरु तेग बहादुर साहब सानू प्रेरणा कर रहे हैं कि असी हरि का भजन इस तरीके नाल करिए जिवें मछली जल दे नाल अपने आप नूं जोड़ के रखती है, अपने जीवन का उहदा आधार पानी है। तिवें ही हरि का भजन सानू अपने जीवन का आधार मन के हरि का भजन करना चाहिए है। मन नूं संबोधन करदिआं होया गुरु साहब कह रहे हैं, हे मेरे मन हरि नूं भज इस तरीके नाल जिस तरीके दे नाल मछली पानी दे विच रहिंदी है। तो की असी जिवें जिहा सो कॉल्ड सिमरन करते हाँ, भजन करते हाँ, कि वो इस तरीके का इस कसौटी के उत्ते पूरा उतरता है कि जिवें मछली वास्ते उहदे जीवन का आधार पानी है, कि प्रभु की याद, प्रभु के गुणों का सिमरना कि साडे वास्ते साडे जीवन के आधार के लायक, आधार के तुल है। कि साडी आत्मक जिंदगी का असी सहारा हरि भजन नूं, प्रभु की याद नूं इस तरीके दे नाल स्वीकार करते हाँ कि साडे जीवन का आधार है। तो ये परख, ये खोज हर बंदे ने अपने वास्ते आप करनी है। हर एक ने अपने दिल नूं आप खोजना है कि भी मेरे अंदर किन्नी कु दृढ़ता, किन्नी कु
स्ट्रॉन्ग डिजायर है प्रभु की याद के नाल जुड़न की, ਤੇ ਜੇ ਉਹ ਉਸ ਕਸੌਟੀ ਦੇ ਉੱਤੇ ਕਿੰਨੀ ਕੁ ਨੇੜੇ ਬੈਠਦੀ ਹੈ, ਜੇ ਬਿਦ ਜਲ ਕੋ ਮੀਨ। ਇਹ ਪਰਖ ਹਰ ਇਨਸਾਨ ਨੇ, ਹਰ ਉਸ ਬੰਦੇ ਨੇ ਆਪਣੇ ਅੰਦਰੋਂ ਆਪ ਕਰਨੀ ਹੈ, ਜਿਹੜਾ ਇਹ ਸਮਝਦਾ ਹੈ ਕਿ ਵੀ ਉਹ ਹਰੀ ਦਾ ਭਜਨ ਕਰਦਾ ਹੈ, ਪ੍ਰਭੂ ਦਾ ਸਿਮਰਨ ਕਰਦਾ ਹੈ। ਤੋ ਵਿਦ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ ਇਸ ਸ਼ਲੋਕ ਦੇ ਅੰਦਰ ਕਿ ਜਿਸ ਵਿਧੀ ਦੇ ਨਾਲ, ਜਿਸ ਢੰਗ ਦੇ ਨਾਲ ਹਰੀ ਦਾ ਭਜਨ ਕਰਨਾ ਹੈ, ਉਹਦੀ ਕਸੌਟੀ ਹੈ ਜੇ ਬਿਦ ਜਲ ਕੋ ਮੀਨ। ਜੇ ਮਛਲੀ ਪਾਣੀ ਤੋਂ ਬਾਹਰ ਕੱਢਦਿਆਂ ਸਾਰ, ਭਾਵ ਜਿਉਂ ਹੀ ਉਹਦਾ ਸੰਪਰਕ ਪਾਣੀ ਤੋਂ ਟੁੱਟਦਾ ਹੈ, ਉਹਦੇ ਅੰਦਰ ਇੱਕ ਤੜਫ ਪੈਦਾ ਹੋ ਜਾਂਦੀ ਹੈ, ਔਰ ਉਹ ਜਿੰਨੀ ਵੀ ਮਿਨੀਮਮ ਮੈਕਸਿਮਮ ਡਿਊਰੇਸ਼ਨ ਉਹਦੀ ਟੋਲਰੈਂਸ ਹੁੰਦੀ ਹੈ, ਜਿਹੜੀ ਕੁਝ ਮਿੰਟ ਸਕਿੰਟਾਂ ਦੀ ਹੁੰਦੀ ਹੈ, ਤੇ ਉਹ ਪ੍ਰਾਣ ਉਹਦੇ ਨਿਕਲ ਜਾਂਦੇ ਹਨ ਜਦੋਂ ਉਹ ਜਲ ਤੋਂ ਵਿਛੜਦੀ ਹੈ। ਕਿਉਂਕਿ ਸਾਡੀ ਜਿਹੜੀ ਪਕੜ ਹੈ, ਜੇ ਸਾਡੀ ਜਿਹੜੀ ਸਾਂਝ ਹੈ ਪ੍ਰਭੂ ਦੇ ਭਜਨ ਦੇ ਨਾਲ, ਪ੍ਰਭੂ ਦੀ ਯਾਦ ਦੇ ਨਾਲ, ਕਿ ਉਹ ਇਤਨੀ ਸਟਰੋਂਗ ਹੈ ਕਿ ਨਹੀਂ, ਇਹ ਸਾਨੂੰ ਆਪ ਨੂੰ ਸੋਚਣਾ ਬਣਦਾ ਹੈ। तो इस श्लोक के अंदर प्रभु की याद करने ਨੂੰ ਜ਼ਰੂਰੀ चीज़ समझाया है पहली पंक्ति के अंदर कि जे नहीं किया प्रभु ਨੂੰ याद, प्रभु के गुण नहीं गाए तो जन्म ही अकारत है, व्यर्थ है। ਤੇ ਕਰਨਾ ਕਿਵੇਂ ਹੈ ਪ੍ਰਭੂ ਨੂੰ ਯਾਦ, ਪ੍ਰਭੂ ਦੇ ਗੁਣ ਗਾਣੇ ਕਿਵੇਂ ਹਨ? ਉਹ ਇੰਨੀ ਦ੍ਰਿੜਤਾ ਦੇ ਨਾਲ, ਇੰਨੇ ਭਰੋਸੇ ਦੇ ਨਾਲ ਗਾਣੇ ਹਨ ਕਿ ਉਹਦੇ ਬਿਨਾਂ ਰਿਹਾ ਹੀ ਨਾ ਜਾਵੇ, ਜ਼ਿੰਦਗੀ ਉਸ ਤੋਂ ਬਗੈਰ ਬਤੀਤ ਹੀ ਨਾ ਹੋਵੇ ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾਏ ਬਿਨਾਂ। ਉਹ ਹਰ ਪਲ, ਇਹਦਾ ਮਤਲਬ ਹੈ ਕਿਉਂਕਿ ਮਛਲੀ ਤਾਂ 24 ਘੰਟੇ ਤੋਂ 24 ਘੰਟੇ ਹੀ ਪਾਣੀ ਦੇ ਅੰਦਰ ਰਹਿੰਦੀ ਹੈ। ਉਹ ਜਿਸ ਤਰ੍ਹਾਂ ਹੁਣ ਸੁਖਮਨੀ ਸਾਹਿਬ ਦੇ ਅੰਦਰ ਇੱਕ ਗੁਰੂ ਅਰਜਨ ਪਾਤਸ਼ਾਹ ਦਾ ਬਿਆਨ ਬਚਨ ਆਉਂਦਾ ਹੈ ਨਾ, ਸਾਸ ਸਾਸ ਸਿਮਰੋ ਗੋਬਿੰਦ। ਉਹ ਸਵਾਸ ਸਵਾਸ ਇਸ ਤਰ੍ਹਾਂ ਨਹੀਂ ਸਿਮਰਨਾ ਹੈਗਾ ਕਿ ਬਈ ਸਵਾਹ ਉੱਚੀ ਲੰਮੀ ਸਾਰੀ ਖਿੱਚ ਕੇ ਅੰਦਰ ਬੋਲਣਾ ਵਾਹ ਤੇ ਬਾਹਰ ਕੱਢਣਾ ਤੇ ਬੋਲਣਾ ਗੁਰੂ। ਇਹ ਸਵਾਸ ਸਵਾਸ ਸਿਮਰਨਾ ਨਹੀਂ ਹੈ। ਇਹ ਕੰਮ ਤਾਂ ਜਿਹੜਾ ਮਕੈਨੀਕਲ ਤਰੀਕੇ ਦੇ ਨਾਲ ਜਿਹੜੇ ਲੋਕ ਕਰਦੇ ਵੀ ਹਨ, ਤਾਂ ਉਹ ਕੁਝ ਲਿਮਟਿਡ ਸਮੇਂ ਵਾਸਤੇ ਕਰ ਸਕਦੇ ਹਨ, 24 ਘੰਟੇ ਤਾਂ ਨਹੀਂ ਕਰ ਸਕਦੇ। ਪਰ ਜਿਹੜਾ ਇਸ ਪੰਕਤੀ ਦਾ ਜੋ ਭਾਵ ਹੈ ਸਾਸ ਸਾਸ ਸਿਮਰੋ ਗੋਬਿੰਦ ਦਾ, ਉਹ ਹੈ अट्ठे पहर 24 घंटे 24/7/365 बाई वट एवर योर लाइफ। तो ये हर श्वास प्रभु का सिमरन, प्रभु की याद रहनी चाहिए है, ਤਾਂ ਹੀ ਉਹ ਜਲ ਕੋ ਮੀਨ ਦੇ ਨਾਲ ਕੰਪੇरेबल ਹੋ ਸਕਦੀ ਹੈ। तो वो ਮਕੈਨੀਕਲ ਸਵਾਸਾਂ ਦੇ ਨਾਲ ਵਾਹ ਤੇ ਗੁਰੂ ਬੋਲਣਾ ਨਹੀਂ ਹੈ। ਉਹ ਸੁਰਤ ਦੇ ਅੰਦਰ ਪ੍ਰਭੂ ਦੀ ਯਾਦ, ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਹੋਣੀ, ਇਹ ਕਸੌਟੀ ਹੈ ਉਸ ਸਾਥ ਸਾਥ ਸਿਮਰਨ ਦੀ। ਜਾਂ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ ਦੇ ਲੈਵਲ ਦੀ ਗੱਲ ਉਸ ਤਰੀਕੇ ਦੇ ਨਾਲ ਹੋ ਸਕਦੀ ਹੈ, ਜੇ ਜ਼ਿੰਦਗੀ ਦਾ ਹਰ ਪਲ ਸਾਡਾ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਟਿਕਿਆ ਹੋਵੇ, ਉਹਦੇ ਗੁਣਾਂ ਦੇ ਨਾਲ ਜੁੜਿਆ ਹੋਵੇ। दूसरे श्लोक ਦੇ ਚੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਫਰਮਾਉਂਦੇ ਹਨ, ਵਿਖਿਆਨ ਸਿਉ ਕਾਹੇ ਰਚਿਓ, निमक न होए उदास, कौ नानक भज हर मना, परै न जम की फास। ਹੁਣ ਇਸ ਦੇ ਅੰਦਰ ਟੌਪਿਕ ਥੋੜਾ ਜਿਹਾ ਡਿਫਰੈਂਟ ਐਂਗਲ ਤੋਂ ਲਿਆ ਗਿਆ ਹੈ। ਹਾਲਾਂਕਿ ਜੋ ਆਪਰੇਟਿਵ ਮੈਸੇਜ ਹੈ ਉਹ ਦੂਜੀ ਪੰਕਤੀ 'ਚ ਅਜੇ ਵੀ ਉਹੀ ਹੈ, ਕੌ ਨਾਨਕ ਭਜ ਹਰ ਮਨਾ। ਇੱਥੇ ਵੀ ਡਾਇਰੈਕਸ਼ਨ ਪ੍ਰੇਰਨਾ ਉਹੀ ਹੈ। पहले श्लोक में सी कौ नानक हर भज मना, ते हुण कौ नानक भज हर मना। भाव सेम ही है, सिर्फ हर भज का सीक्वेंस बदलने दे नाल अर्थ नहीं बदलते, वो सेम ही रहते हैं। तो हे मेरे मन हरि नूं भज। तो इत्थे बेनिफिट दसिया है कि जे हरि नूं भजेगा तो परै ना जम की फास, जम की फाही नहीं पएगी। तो एक तो ये जम की फाही थोड़ी समझने की जरूरत है। तो पहली पंक्ति गुरु साहब ने कहा है कि विख्यान स्यों काहे रचियो। विख्यान भाव विषयां नाल, विषय विकार। विख लफज विष तो पंजाबी रूप है, जिसका भाव है जहर। ते आम तौर पर जिहड़े मन के विकार ने, माया के जिहड़े विकार ने, मुख तौर पर जिहड़े 5 विकार काम क्रोध लोभ मोह अहंकार, कलैक्टिवली उन्होंने विषय विकार कहा जाता है। उन्होंने वास्ते प्लूरल का लफज है विखियन। विषयां स्यों, स्यों मैंने नाल, विखियन स्यों काहे रचियो। रचियो का मतलब हुंदा है खचित होया रहना, जुड़िया जुड़ना।
तो जुड़ना तो गुरु साहब ने पहले श्लोक ਵਿੱਚ ਵੀ ਕਿਹਾ ਸੀਗਾ ਵੀ ਅਸੀਂ ਆਪਣੀ ਸੁਰਤ ਨੂੰ ਜੋੜਨਾ ਹੈ ਹਰੀ ਦੀ ਸਿਫਤਾਂ ਦੇ ਨਾਲ, ਗੋਬਿੰਦ ਦੇ ਗੁਣਾਂ ਦੇ ਨਾਲ। ਪਰ ਅਗਲੇ ਹੀ ਸ਼ਲੋਕ ਵਿੱਚ ਗੁਰੂ ਸਾਹਿਬ ਕੁਐਸਚਨ ਕਰ ਰਹੇ ਨੇ ਕਿ ਤੂੰ ਵਿਖਿਆਨ ਸਿਓ ਕਾਹੇ ਰਚਿਓ। ਭਾਈ ਤੈਨੂੰ ਤਾਂ ਕਿਹਾ ਸੀਗਾ ਗੋਬਿੰਦ ਦੇ ਗੁਣਾਂ ਦੇ ਨਾਲ ਜੁੜਨਾ ਹੈ ਤੇ ਤੂੰ ਜੁੜਿਆ ਹੋਇਆ ਹੈ ਵਿਸ਼ਿਆਂ ਦੇ ਨਾਲ। ਔਰ ਇਹ ਹਰ ਇਨਸਾਨ ਦੀ ਤਰਾਸਦੀ ਹੈ ਕਿ ਉਹਦਾ ਵਾਕਈ ਰੁਝਾਨ ਜੋੜ ਮਾਇਆ ਦੇ ਵਿਕਾਰਾਂ ਦੇ ਨਾਲ ਹੁੰਦਾ ਹੈ, ਪ੍ਰਭੂ ਦੀ ਸਿਫਤਾਂ ਦੇ ਨਾਲ, ਪ੍ਰਭੂ ਗੋਬਿੰਦ ਦੇ ਗੁਣਾਂ ਦੇ ਨਾਲ ਨਹੀਂ ਹੁੰਦਾ। ਇਸ ਲਈ ਇਹ ਸਵਾਲ ਕਰਨਾ ਜਾਇਜ਼ ਵੀ ਹੈ। और दूसरे श्लोक गुरु साहब ने श्लोक साढ़े सामने पेश कर दिता है सवाल कि विख्यान स्यों काहे रचियो, क्यों रचिया है भाई, ये तेरा जिंदगी का मकसद नहीं सीगा, इस काम वास्ते मनुखा जन्म नहीं सी मिलिया कि तू अपनी सुरत नूं विषय विकारां दे नाल ही जोड़ देवे, ਉਹਦੇ ਵਿੱਚ ਹੀ ਖਚਤ ਹੋ ਜਾਵੇ। ਤੇ ਤੇਰੀ ਅਵਸਥਾ ਤਾਂ ਇਹ ਹੈ ਕਿ ਨਿਮਕ ਨਾ ਹੋਏ ਉਦਾਸ। ਨਿਮਕ ਕਹਿੰਦੇ ਹਨ ਇੱਕ ਅੱਖ ਫਰਕਣ ਜਿੰਨਾ ਸਮਾਂ, ਅੱਖ ਚਮਕਣ ਜਿੰਨਾ ਸਮਾਂ, ਜਿਹੜਾ ਲੈਸ ਦੈਨ 1 ਸੈਕਿੰਡ ਹੈ। ਤੋ ਗੱਲ ਤਾਂ ਹੁੰਦੀ ਪਈ ਸੀ ਕਿ ਸਵਾਸ ਸਾਸ ਸਿਮਰੋ ਗੋਬਿੰਦ ਦੀ, ਕੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ ਦੀ। ਤੇ ਇੱਥੇ ਅਵਸਥਾ ਐਕਚੁਅਲ ਇਹ ਹੈ, ਅਸਲੀਅਤ ਇਹ ਹੈ ਕਿ ਨਿਮਕ ਨਾ ਹੋਏ ਉਦਾਸ। ਉਦਾਸ ਕਿੱਥੋਂ ਹੋਣਾ ਸੀ? ਮਾਇਆ ਵੱਲੋਂ, ਵਿਕਾਰਾਂ ਵੱਲੋਂ। ਤੇ ਸਾਡੀ ਅਵਸਥਾ ਇਹ ਹੈ ਕਿ ਅਸੀਂ ਤਾਂ ਇੱਕ ਸਵਾਸ ਵਾਸਤੇ ਵੀ, ਇੱਕ ਨਿਮਕ ਵਾਸਤੇ ਵੀ ਮਾਇਆ ਦੇ ਵੱਲੋਂ ਉਦਾਸ ਨਹੀਂ ਹੁੰਦੇ, ਮਾਇਆ ਦੇ ਵਿੱਚ ਹੀ ਰਚੇ ਰਹਿੰਦੇ ਹਾਂ। ਜੇ ਇਹੋ ਜਿਹੀ ਅਵਸਥਾ ਹੋਏਗੀ ਤਾਂ ਆਬਵੀਅਸ ਕੰਕਲੂਜਨ ਹੈ ਕਿ ਬਈ ਜਿਹੜਾ ਹਰ ਸਮੇਂ ਸਵਾਸ ਮਾਇਆ ਦੇ ਵਿੱਚ ਹੀ ਖਚਤ ਹੈ, ਮਾਇਆ ਦੇ ਵਿੱਚ ਰਚਿਆ ਹੋਇਆ ਹੈ, ਵਿਖਿਆਨ ਸਿਓ ਰਚਿਆ ਹੋਇਆ ਹੈ, ਤਾਂ ਉਸ ਨੂੰ ਤਾਂ ਜਮ ਦੀ ਫਾਹੀ ਪੈਣੀ ਹੀ ਪੈਣੀ ਹੈ। ਇਹ ਜਮ ਦੀ ਫਾਹੀ ਕੀ ਹੈ? ਇਹ ਬੇਸਿਕਲੀ ਜਮ ਮਰਿਆ ਫਿਰ ਜੰਮੇ ਵਾਲੀ ਜੋ ਗੱਲ ਹੈ, ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਪੈਣਾ। ਇਹ ਉਹੀ ਗੱਲ ਹੈ ਜਿਵੇਂ ਜੇ ਅਸੀਂ ਸਕੂਲ ਦੀ ਉਦਾਹਰਨ ਲਈਏ ਕਿ ਬਈ ਜਿਹੜਾ ਵਿਦਿਆਰਥੀ ਸਾਰਾ ਸਾਲ ਪੜ੍ਹਾਈ ਨਾ ਕਰੇ, ਉਸਤਾਦ ਦੇ ਗੁਣਾਂ ਦੇ ਨਾਲ ਸਾਂਝ ਨਾ ਪਾਵੇ, ਉਸਤਾਦ ਕੋਲੋਂ ਕੁਝ ਸਿੱਖੇ ਹੀ ਨਾ, ਤੇ ਜਦੋਂ ਫਿਰ ਐਨੂਅਲ ਐਗਜ਼ਾਮ ਹੋਵੇ ਤੇ ਉਦੋਂ ਅੰਡਾ ਗੋਲ ਤੇ ਜ਼ੀਰੋ ਨੰਬਰ ਵੀ ਗੋਲ, ਉਹ ਵਾਲੀ ਅਵਸਥਾ ਬਣ ਜਾਵੇ, ਤਾਂ ਫਿਰ ਹੋਏਗਾ ਕਿ ਉਹਨੂੰ ਮੁੜ ਕੇ ਉਸੇ ਕਲਾਸ ਵਿੱਚ ਦੁਬਾਰਾ ਤੋਂ ਪੈਣਾ ਪਏਗਾ। ਬਾਕੀ ਦੇ ਵਿਦਿਆਰਥੀ ਜਿਹੜੇ ਪਾਸ ਹੋ ਜਾਣਗੇ ਉਹ ਤਾਂ ਅੱਗੇ ਲੰਘ ਜਾਣਗੇ, ਪਰ ਇਹ ਵਿਚਾਰਾ ਉੱਥੇ ਦਾ ਉੱਥੇ ਰਹੇਗਾ। ਤਾਂ ਮੁੜ ਕੇ ਫਿਰ ਮਰਨ ਤੋਂ ਪਿੱਛੋਂ ਫਿਰ ਜੰਮਣ ਵਾਲੀ ਗੱਲ ਹੋ ਗਈ। तो ये उसे ही चीज़ का एक रेफरेंस है जम दी फाही के रूप में। ये जम दी फाही है कि मनुखा जीवन अकारत हो गया, जन्म अकारत कीन, तो अकारत होया तो फिर प्रभु बख्शिंद है, कहता चल भाई तेन मौका एक होर दे देने, मुड़ के जम लै। तो जे ये ਉਹਦੀ अपनी जजमेंट है कि वो सानू मुड़ के मनुख बनाएगा या किसी होर दुनिया च पाएगा, ये बारे असी कुछ निर्णय नहीं कर सकते, ना ही सानू समझ है, ना ही नॉलेज है, कुछ नहीं पता ये बारे। सिर्फ अंदाजा ही है कि भाई मुड़ के जन्म मिलता है, केड़ा मिलता है कोई पता नहीं। तो ये जम की फाही है। तो जे इस तो बचना है तो ਉਹਦੇ ਵਾਸਤੇ तरीका गुरु साहब ने इस श्लोक की दूसरी पंक्ति में दस दिता है, कौ नानक भज हर मना परे न जम की फास। तो हुण टारगेट गोल तो पहले श्लोक में दे दिता सीगा कि कौ नानक हर भज मना जे विद जल को मीन। तेरे वास्ते अचीव करने वाला टारगेट तो है साथ साथ सिमरो गोबिंद, हर वक्त हर समय हर श्वास इस तरीके दे नाल जिवें मच्छी पानी च रहिंदी है। तो पर असलियत तेरी सिचुएशन ये वे कि तू निमक ना होए उदास, एक पल वास्ते भी तू माया तो परे ही नहीं हुंदा। जे माया तो परे होएगा तो हरि दा भजन करेगा ना, जे रचिया रहेगा माया दे विच विख्यान दे विच रचिया रहेगा ते हरि भजन किवें करेगा? हरि भजन करना है तो माया तो ते नाता तोड़ना ही पड़ेगा। तो इसलिए गुरु साहब प्रेरणा कर रहे हैं कि भाई इंसेंटिव भी है कि जे बचना चाहता है जम दी फाही तो मुड़ के जन्म मरण दे गेड़ च पैन तो, जे जन्म अकारत करन तो बचना चाहता है तो प्रेरणादायक पंक्ति है, कौ नानक भज हर मना परै ना जम की फास। ता ही जम दी फाही नहीं पएगी जे हरि दा भजन करेगा। हे मेरे मन इस गल नूं तू समझ लै कि जे जम दी फाही तो बचना चाहता है तो शुरुआत तो कर, एक निमक दा उदास हो। चलो स्टेटस तेरा प्रेजेंट ते जीरो है, तो पहुंचना 1 तक है, तो जीरो तो अगे एक स्टैप तो पॉइंट
0.00001 ਕਿਤੇ ਤਾਂ ਇੱਕ ਕਦਮ ਤਾਂ ਚੁੱਕੋ ਨਾ। ਇੱਕ ਨਿਮਖਤਾ ਉਦਾਸ ਹੋ ਮਾਇਆ ਵੱਲੋਂ, ਇੱਕ ਸ਼ੁਰੂਆਤ ਹੋਏ ਤਾਂ ਤਰੱਕੀ ਹੋਣ ਦਾ ਕੁਝ ਕੋਈ ਉਮੀਦ ਬਣ ਜਾਂਦੀ ਹੈ, ਕੁਝ ਅੰਦਾਜ਼ਾ ਹੋ ਜਾਂਦਾ ਹੈ ਵੀ ਤਰੱਕੀ ਪੋਸੀਬਲ ਹੈ। तो ये श्लोक प्रेरणादायक है कि शुरुआत ਤਾਂ ਕਰ ਇੱਕ ਨਿਮਖਤਾ ਹੋ, ਸ਼ੁਰੂ ਤਾਂ ਕਰ ਇੱਕ ਨਿਮਖ ਉਦਾਸ ਹੋ ਵਿਖਿਆਨ ਦੇ ਵੱਲੋਂ ਕਿ ਹਰੀ ਦਾ ਭਜਨ ਕਰ ਤੇ ਤੇਰੇ ਵਾਸਤੇ ਕੁਝ ਇਹ ਦਰਵਾਜ਼ਾ ਖੁੱਲੇਗਾ ਕਿ ਤੈਨੂੰ ਜਮ ਦੀ ਫਾਹੀ ਨਾ ਪਵੇ। ਅਗਲੇ ਸ਼ਲੋਕ ਦੇ ਵਿੱਚ ਫਿਰ ਇਸੇ ਹੀ ਸਬਜੈਕਟ ਨੂੰ ਥੋੜਾ ਹੋਰ ਖੋਲ ਕੇ ਬਿਆਨ ਕਰਦੇ ਹਨ ਕਿ ਵੀ ਤੇਰਾ ਹੋਇਆ ਕੀ ਹੁਣ ਤੱਕ ਦਾ ਹਾਲ ਕੀ ਹੈ ਕਿ ਤਰਨਾਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ। ਤਰਨਾਪੋ ਕਹਿੰਦੇ ਹਨ ਜਵਾਨੀ ਦੇ ਸਮੇਂ ਨੂੰ। ਜਵਾਨੀ ਤਾਂ ਐਵੇਂ ਹੀ ਚਲੀ ਗਈ, ਇਉਂ ਹੀ ਗਇਓ, ਇਉਂ ਤਾਂ ਮਤਲਬ ਐਵੇਂ ਹੀ, ਐਵੇਂ ਫਜ਼ੂਲ, ਬੇਪਰਵਾਹੀ, ਲਾਪਰਵਾਹੀ ਦੇ ਵਿੱਚ, ਕੇਅਰਲੈਸਨੈਸ, ਪਰਵਾਹੀ ਨਹੀਂ ਕੀਤੀ। ਜਿਵੇਂ ਨਵੇਂ ਬੰਦੇ ਕਾਲਜ ਦਾਖਲ ਸਟੂਡੈਂਟ ਹੁੰਦੇ ਨੇ ਨਾ, ਜਦੋਂ ਸਕੂਲ ਵਾਲਾ ਡਿਸਪਲਿਨ ਨਹੀਂ ਹੁੰਦਾ ਤੇ ਕਾਲਜ ਵਿੱਚ ਨਾ ਆਲੇ ਦੁਆਲੇ ਦੀ ਡਿਸਟਰੈਕਸ਼ਨਸ ਵੀ ਬੜੀਆਂ ਹੁੰਦੀਆਂ ਨੇ ਤੇ ਬੰਦਾ ਇੱਕ ਅੱਧਾ ਸਮੈਸਟਰ ਤੋਂ ਇੰਜ ਹੀ ਗਵਾ ਦਿੰਦਾ ਹੈ। ਇਮਤਿਹਾਨ ਪਤਾ ਲੱਗਦਾ ਉਦੋਂ ਜਦੋਂ ਇਮਤਿਹਾਨ ਸਿਰ ਤੇ ਆ ਜਾਂਦੇ ਨੇ, ਉਹ ਕਹਿੰਦਾ ਉਹ ਮੇਰੀ ਤਾਂ ਅਟੈਂਡੈਂਸ ਵੀ ਸ਼ਾਰਟ ਹੋ ਗਈ, ਮੈਂ ਤਾਂ ਕੁਝ ਪੜ੍ਹਿਆ ਹੀ ਨਹੀਂ। तो यही हाल इंसान का भी होंदा है कि ज्यों जवानी का नशा मिलता है, थोड़ी खुल मिलती है तो जवानी इवें ही चली जाती है। बस जवानी के नशिया विखियन चो रचे नाल ही तरीके दे नाल जवानी बीत जाती है। तो पता उदों लगता है जदों लियो जरा तन जीत, तन नूं जित लैंदा है कौन? जरा। जरा का अर्थ है बुढ़ेपा। बुढ़ेपा तन नूं जित लैंदा है। फिर पता उदों लगता है, ये वही हाल होंदा है कि जदों कि कॉलेज एडमिशन लैके ते ऐश प्रस्ती च पै गया बंदा, तो पता उदों लगा जदों सैमेस्टर एग्जाम अनाउंस हो गए कि जी डेट आ गई सामने, तो हुण उदों होश आ रही है, पर कईयां नूं उदों भी होश नहीं आती। तो इत्थे गुरु साहब एक वार्निंग बैल वजा रहे हैं कि भाई जवानी तो इवें ही चली गई, पर अजे भी कहते हैं जिवें डुल्ले बेरां दा कोई नहीं बिगड़िया। जवानी चली गई, लियो जरा तन जीत, पर वो कॉशन कर रहे हैं, वार्निंग दे रहे हैं कि चलो जो बीती सो बीती, पर हुण जदों होश आए उदों तो बंदा चेंज हो जाए। तो दूसरी पंक्ति फिर प्रेरणा कर रहे हैं, कौ नानक भज हर मना औद जात है बीत। औद मैंने अवधि यानी उम्र, उम्र बीतती जा रही है और एक नोन फैक्ट है कि भाई समा जिहड़ा बीत जाता है वो मुड़ के नहीं आता, तो जिहड़ी उम्र बीत जाती है वो दोबारा नहीं मिलती। तो ये वन वे ट्रैफिक है, ये रिवर्सल है नहीं। तो इसलिए गुरु साहब कॉशन कर रहे हैं कि भाई जिन्ने जवानी का समा तेरा अजाई चला गया वो तो वापस आना नहीं। हुण शरीर के उत्ते बुढ़ेपे का जोर पै गया है, वो फैक्ट भी है, वो बदल नहीं सकता। पर जो सिचुएशन है अजे भी वो एंड नहीं है। तो जिन्ना भी समा बचिया है जिसका सानू पता नहीं है, अंदाजा नहीं है, तो असी यही उम्मीद करके चल सकते हैं भी चलो जिन्ना बचिया है उन्ना को नूं तां कम से कम हुण इस्तेमाल कर लीए, ओहदा ते गेनफुल यूज कर लीए। तो इसलिए कॉशनरी नोट दे रहे हैं गुरु साहब, कह रहे हैं कौ नानक भज हर मना औद जात है बीत। भाई समा तो बीतता जा रहा है, जे अजे भी एफर्ट शुरू नहीं करेगा तो कदों करेगा। इसलिए हरि का भजन कर लै, अपनी सुरत नूं प्रभु दे गुणां दे नाल जोड़ लै, गुण गोबिंद गाने शुरू कर दे, नहीं तो जन्म अकारत हो जाएगा। ये जो विखियन दे नाल सारी जवानी का समा रचिया रहा मैं, एक निमख भी उदास नहीं होया है, तो फिर जम की फाही तो पै जाएगी। जे बचना चाहता है तो ध्यान रख के औद जात है बीत, हरि का भजन कर लै, ये तेरे वास्ते यही बनता है कि जिन्ना समा तेरे कोल है उहदा तो कम से कम गेनफुल यूज कर लै। चौथे श्लोक के अंदर इसी सब्जेक्ट में अगे कंटिन्यू करते हैं, जो लियो जरा तन जीत, बुढ़ेपे ने तन नूं जित लिया है, तो उन्होंने फिर समझा रहे हैं कि बिरध भयो सूझै नहीं काल पहुंच्यो आन, कौ नानक नर बावरे क्यों ना भजै भगवान। हुण गुरु साहब आस नहीं छड्डदे, कहते हैं कि बंदे ने जवानी इवें ही गवा दी, बुढ़ेपा आया, बुढ़ेपे भी उन्होंने वार्निंग मिली
ਪਰ ਉਹਨੇ ਇਗਨੋਰ ਕਰ ਦਿੱਤੀ। ਬਿਰਧ ਭਇਓ ਸੁਝਿਆ ਨਹੀਂ, ਉਹਨੂੰ ਸੋਝੀ ਨਹੀਂ ਆਈ, ਨਹੀਂ ਸਮਝ ਆਈ। ਤੇ ਹੁਣ ਤਾਂ ਮੌਤ ਸਾਹਮਣੇ ਆ ਕੇ ਖੜੀ ਹੋ ਗਈ ਹੈ। ਜਿਵੇਂ ਬਈ ਨਜ਼ਰ ਹੀ ਆਉਣੀ, ਨਿਸ਼ਾਨੀਆਂ ਹੀ ਸਰੀਰ ਨੇ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਵਾਰਨਿੰਗ, ਡੇਲੀ ਵਾਰਨਿੰਗ ਮਿਲਣੀ ਸ਼ੁਰੂ ਹੋ ਗਈ ਹੈ ਕਿ ਬੰਦੇ ਕੋਲੋਂ ਨਾ ਤੁਰਿਆ ਜਾਂਦਾ ਹੈ, ਨਾ ਸੁਣਿਆ ਜਾਂਦਾ ਹੈ, ਨਾ ਵੇਖਿਆ ਜਾਂਦਾ ਹੈ, ਨਾ ਬੋਲਿਆ ਜਾਂਦਾ ਹੈ। ਉਹ ਐਸੀ ਅਵਸਥਾ ਬਣ ਗਈ ਹੈ ਕਿ नैनो नीर बह तन खीना भय केस दुदवानी रुदा कंठ शब्द नहीं उचरा अब क्या करें प्राणी। ਉਹ ਇਹੋ ਜਿਹੀ ਅਵਸਥਾ ਹੋਵੇ ਤੇ ਫਿਰ ਆਬਵੀਅਸ ਹੀ ਹੈ ਕਿ ਵੀ ਅਗਲਾ ਸਟੈਪ ਤਾਂ ਕਾਲ ਹੀ ਹੈ। ਕਾਲ ਪਹੁੰਚਿਓ ਆਨ, ਤੇ ਪਰਸੋਂ ਜੀ ਅਜੇ ਵੀ ਨਹੀਂ ਆਈ। ਪਰ ਗੁਰੂ ਸਾਹਿਬ ਇਸੇ ਕਰਕੇ ਫਿਰ ਹੁਣ ਥੋੜੀ ਸਖਤ ਸ਼ਬਦਾਵਲੀ ਵਰਤਦੇ ਹੋਏ ਕਹਿੰਦੇ ਹਨ, ਕੋ ਨਾਨਕ ਨਰ ਬਾਵਰੇ ਇਹ ਚੱਲੇ ਇਨਸਾਨ, ਇਹ ਮੂਰਖ ਇਨਸਾਨ ਕਿਉਂ ਨਾ ਭਜੈ ਭਗਵਾਨ। ਅਜੇ ਹੁਣ ਵੀ ਤੂੰ ਭਗਵਾਨ ਨੂੰ ਨਹੀਂ ਭਜੇਗਾ ਤੇ ਕਦੋਂ ਭਜੇਗਾ ਭਾਈ। ਕਿਉਂਕਿ ਗੁਰੂ ਸਾਹਿਬ ਨਾ ਅਖੀਰਲੇ ਮੌਕੇ ਤੱਕ ਵੀ ਆਸ ਨਹੀਂ ਛੱਡਦੇ, ਔਰ ਇਸ ਗੱਲ ਦੀ ਅਸ਼ੋਰੈਂਸ ਵੀ ਦਿੰਦੇ ਹਨ ਕਿ ਜਿੰਨਾ ਸਮਾਂ ਵੀ ਤੂੰ ਪ੍ਰਭੂ ਦੀ ਬੰਦਗੀ ਦੇ ਵਿੱਚ ਲਗਾਏਗਾ, ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਨ ਦੇ ਵਿੱਚ ਲਗਾਏਗਾ, ਉਹ ਅਜਾਈ ਨਹੀਂ ਜਾਏਗਾ। ਕਿਉਂਕਿ ਪ੍ਰਭੂ ਕਿਸੇ ਦੀ ਤਿਲ ਮਾਤਰ ਘਾਲ ਵੀ ਅਜਾਈ ਨਹੀਂ ਦਵਾਉਂਦਾ। ਗੁਰਬਾਣੀ ਦਾ ਇਹ ਅਸ਼ੋਰੈਂਸ ਹੈ, ਇੱਕ ਤਿਲ ਨਹੀਂ ਭੰਡੇ ਘਾਲੇ। ਜਿੰਨੀ ਤਿਲ ਮਾਤਰ ਵੀ ਅਗਰ ਕਿਸੇ ਦੀ ਬੰਦਗੀ ਹੈ, ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਨੂੰ ਕੋਈ ਜੋੜਦਾ ਹੈ, ਕੋਈ ਸਮਾਂ ਉਸ ਪਾਸੇ ਲਾਉਂਦਾ ਹੈ, ਤਾਂ ਉਹਦੀ ਇਹ ਕੀਤੀ ਹੋਈ ਘਾਲਨਾ ਅਜਾਈ ਨਹੀਂ ਜਾਂਦੀ। ਤਾਂ ਇਸ ਲਈ ਕਾਲ ਸਾਹਮਣੇ ਖੜਾ ਹੈ ਤਾਂ ਵੀ ਗੁਰੂ ਸਾਹਿਬ ਪ੍ਰੇਰਨਾ ਕਰ ਰਹੇ ਹਨ, ਇਹ ਚੱਲੇ ਇਨਸਾਨ, ਤੂੰ ਉਹਦੇ ਆਪਣਾ ਜਨਮ ਆਕਾਰਤ ਕਰ ਹੀ ਲਿਆ ਹੈ, ਪਰ ਚਲ ਜਿਹੜੇ ਥੋੜੇ ਬਹੁਤੇ ਸਵਾਸ ਬਚੇ ਹਨ ਹੁਣ ਵੀ ਸੰਭਲ ਜਾ, ਕਿਉਂ ਨਾ ਭਜਾ ਭਗਵਾਨ। ਹੁਣ ਕਿਉਂ ਨਹੀਂ ਭਜਦਾ ਭਗਵਾਨ, ਹੁਣ ਹੀ ਭਜ ਲੈ। ਹੁਣ ਤੇਰੇ ਕੋਲ ਤੇਰੇ ਜੋ ਤੇਰੇ ਮਨ ਵਿੱਚ ਜਵਾਨੀ ਦੇ ਵਿੱਚ ਸਾਰੇ ਵਿਖੇ ਵਿਕਾਰਾਂ ਦੇ ਵਿੱਚ ਰਚੇ ਹੋਏ ਜਿਹੜੇ ਸਵਾਦ ਲੈਣੇ ਸੀ ਤੂੰ ਲੈ ਲੈ। ਹੁਣ ਤੇ ਤੇਰੀ ਸਮਰੱਥਾ ਵੀ ਨਹੀਂ ਹੈ ਕਿ ਉਹਨਾਂ ਸਵਾਦਾਂ ਨੂੰ ਤੂੰ ਮਾਣ ਸਕੇ। ਤਾਂ ਹੁਣ ਕਮ ਸੇ ਕਮ ਜਿਹੜੇ ਸਵਾਸ ਬਚੇ ਨੇ ਉਹਨਾਂ ਨੂੰ ਤੇ ਕਮ ਸੇ ਕਮ ਤੂੰ ਇਸਤੇਮਾਲ ਕਰਕੇ ਤੇ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੋੜ ਲੈ। ਜਿੰਨਾ ਸਮਾਂ ਗੇਨਫੁਲੀ ਯੂਜ਼ ਹੋ ਸਕਦਾ ਹੈ ਉਤਨਾ ਤਾਂ ਕਰ ਲੈ। ਤਾਂ ਇਸ ਲਈ ਥੋੜੀ ਸਖਤ ਸ਼ਬਦਾਵਲੀ ਤਾੜਨਾ ਵਾਲੇ ਲਫ਼ਜ਼ ਵਰਤਦੇ ਹੋ, ਕਹਿੰਦੇ ਹਨ, ਕੋ ਨਾਨਕ ਨਰ ਬਾਵਰੇ ਕਿਉਂ ਨਾ ਭਜਾ ਭਗਵਾਨ। ਕਿ ਜੇ ਹੁਣ ਵੀ ਨਾ ਤੂੰ ਭਜੇ ਤੇ ਵਾਕਈ ਤੂੰ ਬਾਵਰਾ ਹੀ ਹੈ, ਚੱਲਾ ਹੀ ਹੈ, ਤੇਰੇ ਵਰਗਾ ਹੋਰ ਮੂਰਖ ਫਿਰ ਲੱਭਣਾ ਮੁਸ਼ਕਲ ਹੈ। तो ये ताड़ना वाला श्लोक है, बिरध भयो सूझे नहीं काल पहुंचे आन। तो हुन बिरध अवस्था हो गई है, बुढ़ेपा आ गया है, भयो मैंने हो गया है, बिरध भयो तू बुढ़ा हो गया है, सोझी तेन अजे भी नहीं आई, मौत सामने खड़ी है। पहुंचे आन तो भावे है कि आ पहुंचा है, सामने खड़ा है। कौ नानक नर बावरे है चले इंसान, क्यों ना भजा भगवान। तू अजे भी नहीं भजदा, ये बड़ी हैरानी वाली गल है और बड़ी मूर्खता वाली गल है जे तू नहीं भज रहा। श्लोक नंबर 5 ਦੇ ਵਿੱਚ ਹੁਣ ਗੁਰੂ ਸਾਹਿਬ ਕਹਿੰਦੇ ਹਨ, ਥੋੜੀ ਜਿਹੀ ਹੁਣ ਐਕਸਪਲੇਨੇਸ਼ਨ ਹੋਰ ਦੇ ਕੇ ਗੱਲ ਨੂੰ ਸਮਝਾਉਂਦੇ ਹਨ ਕਿ ਵੀ ਚਲੋ ਜਿਨ੍ਹਾਂ ਕੋਲ ਅਜੇ ਥੋੜਾ ਸਮਾਂ ਹੈ, ਕੋਈ ਲੌਜਿਕ ਚਾਹੀਦਾ ਉਹਨਾਂ ਨੂੰ ਕੋਈ ਜ਼ਿਆਦਾ ਡਿਟੇਲ ਚਾਹੀਦੀ ਹੈ, ਜੇ ਉਹਨਾਂ ਦੇ ਮਨ 'ਚ ਅਜੇ ਕੋਈ ਭਰਮ ਵਹਿਮ ਹੈ ਤਾਂ ਗੁਰੂ ਜੀ ਕਹਿੰਦੇ ਹਨ ਕਿ ਚਲੋ ਸਮਝਾ ਕੇ ਗੱਲ ਕਰ ਲਈਏ। ਧਨ ਦਾਰਾ संपत सगल जिन अपनी कर मान, इनमें कछ संगी नहीं नानक साची जान। तो मेन ਜਿਹੜੀਆਂ ਚੀਜ਼ਾਂ ਦੇ ਨਾਲ ਇਨਸਾਨ ਜੁੜਦਾ ਹੈ, ਜ਼ਰ ਜ਼ਮੀ ਜ਼ਨ। ਜ਼ਰ ਦੌਲਤ, ਜ਼ਮੀ ਧਰਤੀ ਜ਼ਮੀਨ ਜਾਇਦਾਦ, ਜ਼ਨ ਔਰਤ। ਉਹੀ ਤਿੰਨਾਂ ਨੂੰ ਇੱਥੇ ਗੁਰੂ ਸਾਹਿਬ ਨੇ ਵੀ ਰੈਫਰ ਕੀਤਾ ਹੈ। ਧਨ ਦਾਰਾ मैंने स्त्री, संपत संपत्ति प्रॉपर्टी ਜ਼ਮੀਨ ਜਾਇਦਾਦ। तो ਜ਼ਰ ਜ਼ਮੀ ਜ਼ਨ ਦੇ ਨਾਲ ਹੀ ਇਨਸਾਨ ਜ਼ਿੰਦਗੀ ਭਰ ਜੁੜਿਆ ਰਹਿੰਦਾ ਹੈ। ਔਰ ਬਹੁਤਾਤ ਝਗੜੇ ਇਨਸਾਨ ਦੀ ਜ਼ਿੰਦਗੀ ਵਿੱਚ ਕਲਾ ਕਲੇਸ਼ ਜਿਹੜਾ ਹੈ ਉਹ ਵੀ ਇਹ ਜ਼ਰ ਜ਼ਮੀ ਜ਼ਨ ਦੇ ਕਰਕੇ ਹੀ ਹੁੰਦੇ ਹਨ। ਇਹਨਾਂ ਦੀ ਵਜ੍ਹਾ ਦੇ ਕਰਕੇ ਹੀ ਇਨਸਾਨ ਦੂਜਿਆਂ ਦੇ ਨਾਲ ਲੜਾਈ ਝਗੜੇ ਕਰਦਾ ਹੈ, ਖੈਬੜਦਾ ਹੈ। तो ਇਹਨਾਂ ਚੀਜ਼ਾਂ ਨੂੰ ਉਹ ਆਪਣੀ ਸਮਝਦਾ ਹੈ ਕਿ ਮੇਰੀਆਂ ਨੇ ਔਰ ਇਹਨਾਂ ਦੇ ਉੱਤੇ ਆਪਣੀ ਪਕੜ ਪੱਕੀ ਰੱਖਣੀ ਚਾਹੁੰਦਾ ਹੈ। तो ਗੁਰੂ ਸਾਹਿਬ ਇੱਥੇ ਹੁਣ ਆਰਗੂਮੈਂਟ ਦੇ ਕੇ ਗੱਲ ਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਕਿ ਧਨ ਦਾਰਾ ਸੰਪਤ ਸਗਲ, ਸਗਲ मैंने सारी संपत्ति जितनी भी तेरी प्रॉपर्टी है,
ਮੂਵੇਬਲ ਇਮੂਵੇਬਲ ਵਟਐਵਰ। ਜਿਨ ਆਪਣੀ ਕਰ ਮਾਨ, ਇਹ ਜਿਨ੍ਹਾਂ ਸਾਰੀਆਂ ਚੀਜ਼ਾਂ ਨੂੰ ਤੂੰ ਆਪਣੀ ਕਰਕੇ ਮੰਨਦਾ ਹੈ। ਤੇ ਉਹਨਾਂ ਦੀ ਅਸਲੀਅਤ ਕੀ ਹੈ ਉਹ ਅਗਲੀ ਪੰਕਤੀ ਸਮਝਾ ਰਹੇ ਹਨ। ਇਨਮੈਂ ਕਛ ਸੰਗੀ ਨਹੀਂ, ਇਹਦੇ ਵਿੱਚੋਂ ਕੁਝ ਵੀ ਤੇਰਾ ਸਾਥੀ ਨਹੀਂ ਹੈ। ਨਾਨਕ ਸਾਚੀ ਜਾਨ, ਭਾਈ ਇਹ ਸੱਚ ਕਰਕੇ ਮੰਨ ਲੈ, ਪੱਕੀ ਗੱਲ ਮੰਨ ਲੈ ਕਿ ਇਹਨਾਂ ਵਿੱਚੋਂ ਤੇਰਾ ਸਾਥ ਕਿਸੇ ਨੇ ਵੀ ਨਹੀਂ ਦੇਣਾ। ਇਸ ਨੂੰ ਬੜੇ ਇੰਟਰਸਟਿੰਗ ਤਰੀਕੇ ਦੇ ਨਾਲ ਅਸੀਂ ਪਿਛਲੇ ਦਿਨਾਂ ਦੇ ਵਿੱਚ ਉਹ 4 ਵਾਈਵਸ, 4 ਵੋਟੀਆਂ ਵਾਲੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹਦੇ ਵਿੱਚ ਦੇਖ ਹੀ ਚੁੱਕੇ ਹਾਂ ਕਿ ਇਹਨਾਂ ਵਿੱਚੋਂ ਕੋਈ ਚੀਜ਼ ਵੀ ਨਾਲ ਨਹੀਂ ਨਿਭਦੀ। ਗੁਰੂ ਸਾਹਿਬ ਨੇ ਇਸ ਸ਼ਲੋਕ ਦੇ ਵਿੱਚ ਬੜੇ ਸੰਖੇਪ ਦੇ ਵਿੱਚ ਉਹੀ ਭਾਵ ਸਾਡੇ ਨਾਲ ਸਾਂਝਾ ਕੀਤਾ ਹੈ। ਧਨ ਦਾਰਾ ਸੰਪਤ ਸਗਲ, ਸਾਰੀ ਜ਼ਮੀਨ ਜਾਇਦਾਦ, ਇਸਤਰੀ ਅਤੇ ਧਨ ਦੌਲਤ, ਜਿਨ੍ਹਾਂ ਨੂੰ ਬੰਦਾ ਆਪਣੀ ਸਮਝਦਾ ਹੈ, ਪਕੜ ਰੱਖਦਾ ਹੈ, ਆਪਣੀਆਂ ਖਾਸ ਨੇੜਤਾ ਦੀਆਂ ਚੀਜ਼ਾਂ ਸਮਝਦਾ ਹੈ, ਸਾਰੀ ਜ਼ਿੰਦਗੀ ਇਹਨਾਂ ਦੇ ਨਾਲ ਹੀ ਮੋਹ ਪਾਈ ਰੱਖਦਾ ਹੈ। ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਨਮੈਂ ਕਛ ਸੰਗੀ ਨਹੀਂ, ਕੁਛ ਵੀ ਸੰਗੀ ਨਹੀਂ ਹੈ, ਤੇਰਾ ਸਾਥ ਨਹੀਂ ਹੈ, ਕੋਈ ਸਾਥ ਦੇਣ ਵਾਲਾ ਨਹੀਂ। ਨਾਨਕ ਸੱਚੀ ਜਾਨ, ਇਸ ਗੱਲ ਨੂੰ ਸੱਚ ਕਰਕੇ ਜਾਣ ਲੈ, ਮੰਨ ਲੈ। ਮੰਨ ਲੈ ਤੇ ਅੱਛੀ ਗੱਲ ਹੈ, ਜੇ ਮੰਨ ਲਏਗਾ ਤੇ ਤੇਰੀ ਇਹਨਾਂ ਦੇ ਪ੍ਰਤੀ ਜਿਹੜੀ ਪਕੜ ਹੈ, ਜਿਹੜਾ ਮੋਹ ਹੈ, ਜਿਹੜਾ ਇਹਨਾਂ ਦੀ ਵਜ੍ਹਾ ਦੇ ਨਾਲ ਹੀ ਵਿਖਿਆਨ ਦੇ ਨਾਲ ਰਚਿਆ ਹੋਇਆ ਹੈ, ਉਹ ਪਕੜ ਥੋੜੀ ਢਿੱਲੀ ਹੋ ਜਾਏਗੀ। ਸ਼ਾਇਦ ਤੇਰੇ ਮਨ ਦੇ ਵਿੱਚ ਕਦੀ ਗੁਣ ਗੋਬਿੰਦ ਗਾਉਣ ਦਾ ਵਿਚਾਰ ਆ ਜਾਏਗਾ। ਜੇ ਸਾਰੀ ਜ਼ਿੰਦਗੀ ਸਿਰਫ ਧਨ ਦਾਰਾ ਤੇ ਸੰਪਤ ਦਾ ਹੀ ਧਿਆਨ ਰਹੇਗਾ ਤਾਂ ਗੋਬਿੰਦ ਦੇ ਗੁਣ ਗਾਉਣ ਦਾ ਤਾਂ ਧਿਆਨ ਆਏਗਾ ਹੀ ਨਹੀਂ, ਵਿਖਿਆਨ ਸੋ ਹੀ ਰਚਿਆ ਰਹੇਗਾ। ਕਿਉਂਕਿ ਇਹਨਾਂ ਨੂੰ, ਇਹਨਾਂ ਦੀ ਪ੍ਰਾਪਤੀ ਵਾਸਤੇ ਤੇ ਵਿਖਿਆਨ ਦੇ ਨਾਲ ਹੀ ਰਚਣਾ ਪੈਂਦਾ ਹੈ, ਝੂਠ ਵੀ ਬੋਲਣਾ ਪੈਂਦਾ ਹੈ, ਲੋਭ ਵੀ ਕਰਨਾ ਪੈਂਦਾ ਹੈ, ਪਰਾਇਆ ਹੱਕ ਵੀ ਮਾਰਨਾ ਪੈਂਦਾ ਹੈ। ਉਹ ਇਹ ਕੁਝ ਬੰਦਾ ਕਰਦਾ ਹੈ ਜ਼ਿਆਦਾ ਤੋਂ ਜ਼ਿਆਦਾ ਧਨ ਇਕੱਠਾ ਕਰਨ ਵਾਸਤੇ, ਜ਼ਿਆਦਾ ਤੋਂ ਜ਼ਿਆਦਾ ਸੰਪत्ति ਬਣਾਉਣ ਵਾਸਤੇ। तो गुरु साहब इस सच्चाई ਨੂੰ ਬਿਆਨ ਕਰਕੇ ਔਰ ਸਮਝਾ ਰਹੇ ਹਨ ਕਿ ਇਹਨੂੰ ਦ੍ਰਿੜ ਕਰਕੇ, ਸੱਚਾ ਕਰਕੇ ਮੰਨ ਲੈ ਕਿ ਇਨमें ਕੁਛ ਸੰਗੀ ਨਹੀਂ, ਇਹਨਾਂ ਤੋਂ ਕੁਝ ਵੀ ਚੀਜ਼ ਤੇਰੇ ਨਾਲ ਨਿਭਣ ਵਾਲੀ ਨਹੀਂ ਹੈ। ਤੇ ਜਿਨ੍ਹਾਂ ਨੂੰ ਤੂੰ ਆਪਣੀ ਕਰਕੇ ਮੰਨਿਆ ਹੋਇਆ ਹੈ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਤੂੰ ਵਿਖਿਆਨ ਦੇ ਨਾਲ ਰਚਿਆ ਹੋਇਆ ਹੈ, ਜਿਨ੍ਹਾਂ ਦੀ ਵਜ੍ਹਾ ਦੇ ਨਾਲ ਤੂੰ ਜਵਾਨੀ ਬੁਢੇਪੇ ਦਾ ਸਾਰਾ ਸਮਾਂ ਅਜਾਈ ਗਵਾ ਰਿਹਾ ਹੈ, ਗੋਬਿੰਦ ਦੇ ਗੁਣ ਨਹੀਂ ਗਾ ਰਿਹਾ। ਜੇ ਕਿਤੇ ਤੂੰ ਇਹ ਮੰਨ ਲਵੇਂ ਕਿ ਤੇਰੇ ਸੰਗੀ ਨਹੀਂ ਹਨ, ਸ਼ਾਇਦ ਇਹਨਾਂ ਦੇ ਵੱਲੋਂ ਤੂੰ ਇੱਕ ਨਿਮਖ ਵਾਸਤੇ ਉਦਾਸ ਹੋ ਜਾਏ, ਸ਼ਾਇਦ ਤੇਰੇ ਮਨ ਦੇ ਵਿੱਚ ਇੱਕ ਨਿਮਖ ਵਾਸਤੇ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜਨ ਦਾ ਵਿਚਾਰ ਆ ਜਾਵੇ, ਤੇ ਉਹ ਤੇਰੀ ਅਸਲ ਸੰਪत्ति ਨਾਲ ਨਿਭਣ ਵਾਲੀ ਸੰਪत्ति ਤੇਰੀ ਬਣ ਜਾਵੇ। ਕੋਈ ਥੋੜੀ ਜਿਹੀ ਤੇਰੀ ਜੀ ਕਲੈਕਸ਼ਨ ਹੋ ਜਾਵੇ, ਜਿਹੜਾ ਸਿੱਕਾ ਤੇਰਾ ਅੱਗੇ ਕੰਮ ਆਉਣ ਵਾਲਾ ਹੈ। ਉਹ ਇਸ ਸ਼ਲੋਕ ਦੇ ਅੰਦਰ ਵੀ ਇੱਕ ਚੇਤਾਵਨੀ ਹੈ, ਇੱਕ ਪ੍ਰੇਰਨਾ ਹੈ ਕਿ ਕੁਝ ਸਮਾਂ ਤਾਂ ਇਹਨਾਂ ਦੁਨਿਆਵੀ ਚੀਜ਼ਾਂ ਦੀ ਅਟੈਚਮੈਂਟ ਤੋਂ ਆਪਣੀ ਸੁਰਤ ਨੂੰ ਹਟਾ ਕੇ ਪ੍ਰਭੂ ਦੀ ਸਿਫਤ ਸਲਾਹ ਦੇ ਨਾਲ, ਉਸ ਪ੍ਰਭੂ ਦੀ ਬੰਦਗੀ ਦੇ ਨਾਲ ਕੁਝ ਸਮਾਂ ਬਿਤਾ ਲੈ, ਜਿਹੜੀ ਚੀਜ਼ ਸੰਗੀ ਹੈ। ਹਰ ਜਸ ਰੇ ਮਨ ਗਾਇ ਲੈ, ਜੋ ਸੰਗੀ ਹੈ ਤੇਰੋ। ਇਹ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਹੀ ਇੱਕ ਸ਼ਬਦ ਦਾ ਹਿੱਸਾ ਹੈ। ਹਰ ਜਸ ਰੇ ਮਨ ਗਾਇ ਲੈ, ਜੋ ਸੰਗੀ ਹੈ ਤੇਰੋ। ਅਸਲ ਸੰਗੀ ਉਹ ਹੈ ਹਰੀ ਦਾ ਜਸ, ਧਨ ਦਾਰਾ ਸੰਪਤ, ਇਨमें कुछ संगी नहीं, ये कोई चीज़ां संगी नहीं हैं। हर जस जिहड़ा है वो संगी है। तो ਅੱਜ ਦੇ ਵਿਚਾਰ ਨੂੰ ਮੇਰੇ ਖਿਆਲ ਇੱਥੇ ਹੀ ਸੰਕੋਚਦੇ ਹਾਂ। ਜੇ ਕੋਈ ਅੱਜ ਦੇ ਵਿਚਾਰ ਨਾਲ ਸੰਬੰਧਿਤ ਕਿਸੇ ਦਾ ਕੋਈ ਸਵਾਲ ਹੋਵੇ, ਵੈਸੇ ਤਾਂ ਆਖਰੀ ਅਰਥ ਤਾਂ ਕੋਈ ਜ਼ਿਆਦਾ ਦਿੱਕਤ ਵਾਲੇ, ਕੋਈ ਮੁਸ਼ਕਲ ਵਾਲੇ ਨਹੀਂ ਹਨ। ਜੇ ਕਿਸੇ ਦਾ ਕੋਈ ਪ੍ਰਸ਼ਨ ਹੋਵੇ, ਕੋਈ ਸੁਝਾਅ ਹੋਵੇ, ਕੋਈ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਹੋ, ਆਪ ਜੀ ਜ਼ਰੂਰ ਹੈਂਡ ਰੇਜ਼ ਕਰਕੇ ਆਪਣੀ ਗੱਲ ਕਰੋ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।